ਹੈਲੋ ਫਰੈਂਡਸ, ਮੈਂ ਹਰਪਿੰਦਰ ਕੌਰ। ਤੁਸੀਂ ਦੇਖ ਰਹੇ ਹੋ ਇੰਗਲਿਸ਼ ਵਿਦ ਰੂਪ। ਮੈਂ ਤੁਹਾਨੂੰ ਕਿਹਾ ਸੀ ਕਿ ਤੁਹਾਨੂੰ ਨੈਕਸਟ ਵੀਡੀਓ ਦੇ ਵਿੱਚ ਐਕਸਰਸਾਈਜ਼ ਮਿਲੂਗੀ। ਸੋ ਆਪਾਂ ਹੁਣ ਰੀਡਿੰਗ ਦੀ ਐਕਸਰਸਾਈਜ਼ ਕਰਨ ਜਾ ਰਹੇ ਹਾਂ, ਜਿਸ ਦੇ ਵਿੱਚ ਮੈਂ ਤੁਹਾਨੂੰ ਟਰੂ ਫਾਲਸ ਕੁਐਸਚਨਸ ਕਰਵਾਉਂਗੀ। ਇਸ ਵੀਡੀਓ ਨੂੰ ਸਟਾਰਟਿੰਗ ਤੋਂ ਲੈ ਕੇ ਐਂਡ ਤੱਕ ਜ਼ਰੂਰ ਦੇਖਿਓ। ਤੁਹਾਡੇ ਟਰੂ ਫਾਲਸ ਦੇ ਕੁਐਸਚਨਸ ਸਹੀ ਹੋਣ ਲੱਗ ਜਾਣਗੇ, ਤੁਹਾਡਾ 0.5 ਇੰਪਰੂਵ ਹੋਣ ਲੱਗ ਜਾਊਗਾ। ਸੋ ਮੈਂ ਤੁਹਾਨੂੰ ਕੁਝ ਕੁਐਸਚਨਸ ਕਰਵਾਉਂਗੀ, ਨਾਲ ਪੈਰਾਗ੍ਰਾਫ ਹੋਊਗਾ। ਸੋ ਹੁਣ ਫਸਟ ਕੁਐਸਚਨ ਕੀ ਹੈ, ਕਹਿੰਦੇ ਦ ਲਾਰਜੈਸਟ ਮਾਸ ਬੈਲੂਨ ਐਸੈਂਟ ਐਵਰ occurred at the Bristol International Balloon Fiesta। ਕਹਿੰਦੇ ਕੀ ਹੈ ਜੋ ਫਸਟ ਕੁਐਸਚਨ ਕਹਿੰਦੇ ਕੀ ਦਿੱਤਾ ਹੋਇਆ ਹੈ, ਜੋ ਲਾਰਜੈਸਟ ਮਾਸ ਬੈਲੂਨ ਹੈ ਐਵਰ ਹੁਣ ਤੱਕ ਦਾ, ਕਹਿੰਦੇ ਅਕਰਡ ਕਹਿੰਦੇ ਕਿੱਥੇ ਅਕਰ ਹੋ ਚੁੱਕਿਆ ਐਟ ਦਾ ਬ੍ਰਿਸਟਲ ਇੰਟਰਨੈਸ਼ਨਲ। ਜਿਹੜਾ ਇਹ ਕਹਿੰਦੇ ਬੈਲੂਨ ਹੈ ਹੁਣ ਤੱਕ ਦਾ ਸਭ ਤੋਂ ਵੱਡਾ ਬੈਲੂਨ ਹੈ, ਜੋ ਕਿ ਬ੍ਰਿਸਟਲ ਇੰਟਰਨੈਸ਼ਨਲ ਬੈਲੂਨ ਫੀਸਟਾ ਦੇ ਵਿੱਚ ਅਕਰ ਹੋਇਆ ਸੀ। ਠੀਕ ਹੈ, ਸੋ ਹੁਣ ਆਪਾਂ ਨੂੰ ਦੇਖਣਾ ਹੈ ਪੈਰਾਗ੍ਰਾਫ ਦੇ ਵਿੱਚ ਕਿ ਇਹ ਆਨਸਰ ਟਰੂ ਹੋਊਗਾ, ਫਾਲਸ ਹੋਊਗਾ ਜਾਂ ਨਾਟ ਗਿਵਨ ਹੋਊਗਾ। ਪਹਿਲੀ ਗੱਲ, ਲਾਰਜੈਸਟ ਹੋਣਾ ਜ਼ਰੂਰੀ ਹੈ। ਠੀਕ ਹੈ, ਹੁਣ ਜੇ ਆਪਾਂ ਰੀਡ ਕਰੀਏ ਦ ਬ੍ਰਿਸਟਲ ਇੰਟਰਨੈਸ਼ਨਲ ਬੈਲੂਨ ਫੀਸਟਾ, ਦੇਖੋ ਗੱਲ ਹੋ ਗਈ ਇੰਟਰਨੈਸ਼ਨਲ ਬੈਲੂਨ ਫੀਸਟਾ ਦੀ। ਇਜ਼ ਹੈਲਡ ਐਨੂਅਲੀ, ਕਹਿੰਦੇ ਇਹ ਐਨੂਅਲੀ ਹੁੰਦਾ ਹੈਲਡ, ਉਹਨਾਂ ਨੇ ਕਹਿਤਾ ਅਕਰ। ਠੀਕ ਹੈ, ਇਨ ਇੰਗਲੈਂਡ teams from UK and other parts of the world bring their hot air balloons to the site and participate in mass ascents। mass ascents ਦੀ ਗੱਲ ਹੋ ਗਈ, ਆਪਾਂ ਨੂੰ ਚਾਹੀਦਾ ਸੀ where as many as 100 balloons may launch at a time। ਉਹਨਾਂ ਨੇ ਕੀ ਕਿਹਾ, ਕਹਿੰਦੇ ਇੱਕ ਟਾਈਮ 'ਤੇ 100 ਬੈਲੂਨ ਹੀ ਲਾਂਚ ਹੁੰਦੇ ਨੇ। ਉਹਨਾਂ ਨੇ ਕਿਤੇ ਵੀ ਆਪਾਂ ਨੂੰ ਇਹ ਨਹੀਂ ਕਿਹਾ ਕਿ ਇੱਕ ਲਾਰਜੈਸਟ ਬੈਲੂਨ ਹੈ ਹੁਣ ਤੱਕ ਦਾ ਜੋ ਅਕਰਡ ਹੋਇਆ ਇਸ ਇੰਟਰਨੈਸ਼ਨਲ ਬੈਲੂਨ ਫੀਸਟਾ 'ਤੇ। ਉਹਨਾਂ ਨੇ ਕਿਹਾ ਵੀ ਹਾਂਜੀ ਹੁੰਦੇ ਆ। ਹੁਣ ਕਈ ਬੱਚੇ ਇੱਥੋਂ ਗੈਸ ਲਾ ਲੈਣਗੇ ਕਿ ਉਹਨਾਂ ਨੇ 100 ਦੇਤਾ ਤਾਂ ਆਨਸਰ ਅਸੀਂ ਟਰੂ ਕਰ ਦਈਏ, ਬਟ ਆਨਸਰ ਇਹਦਾ ਕੀ ਹੋਊਗਾ, ਨਾਟ ਗਿਵਨ। ਨਾਟ ਗਿਵਨ ਕਿਉਂ ਹੋਊਗਾ, ਕਿਉਂਕਿ ਉਹਨਾਂ ਨੇ ਸਿਰਫ 100 ਕਿਹਾ, ਲਾਰਜੈਸਟ ਨਹੀਂ ਗੱਲ ਹੋਈ। 100 ਤੋਂ 1000 ਹੋ ਸਕਦੇ ਆ, ਲੈਕਸ ਦੇ ਵਿੱਚ ਹੋ ਸਕਦੇ ਆ। ਸੋ ਇੱਥੇ ਪ੍ਰੋਪਰ ਇਨਫੋਰਮੇਸ਼ਨ ਨਹੀਂ ਦਿੱਤੀ ਹੋਈ, ਇਸ ਕਰਕੇ ਆਨਸਰ ਆਪਣਾ ਨਾਟ ਗਿਵਨ ਹੋ ਚੁੱਕਾ। ਸਿਰਫ ਇਹ ਦੇਖ ਕੇ ਨਹੀਂ ਲਗਾ ਲੈਣਾ ਕਿ 100 ਤਾਂ ਜ਼ਿਆਦਾ ਹੁੰਦੇ ਆ, ਨਹੀਂ, ਉਹਨਾਂ ਨੇ ਕਿਹਾ ਲਾਰਜੈਸਟ। ਠੀਕ ਹੈ ਜੀ, ਹੁਣ ਦੇਖਦੇ ਹਾਂ ਆਪਾਂ ਸੈਕਿੰਡ ਕੁਐਸਚਨ। ਸੈਕਿੰਡ ਕੁਐਸਚਨ ਕੀ ਹੈ, ਕਹਿੰਦੇ ਇਫ ਦਾ ਮੈਟਰੋਲੋਜੀਕਲ ਸਿਚੁਏਸ਼ਨ ਇਜ਼ ਅਸੈਪਟੇਬਲ, ਕਹਿੰਦੇ ਜੇ ਮੈਟਰੋਲੋਜੀਕਲ ਸਿਚੁਏਸ਼ਨ ਅਸੈਪਟੇਬਲ ਹੋਣਗੀਆਂ ਦੈਨ more than one mass launch of balloons can occur per day। ਫਿਰ ਕੀ ਹੋਊਗਾ, ਕਹਿੰਦੇ ਇੱਕ ਤੋਂ ਜ਼ਿਆਦਾ ਮਾਸ ਲਾਂਚ ਹੋਣਗੇ ਇੱਕ ਦਿਨ ਦੇ ਵਿੱਚ। ਠੀਕ ਹੈ, ਸੋ ਹੁਣ ਆਪਾਂ ਨੇ ਮੈਟਰੋਲੋਜੀਕਲ ਸਿਚੁਏਸ਼ਨ ਦੇਖਣਾ। ਮੇ ਬੀ ਤੁਹਾਨੂੰ ਇਹ ਵਰਡ ਸੇਮ ਨਾ ਦਿੱਤਾ ਹੋਵੇ ਪਰ ਇਹਦਾ ਮੀਨਿੰਗ ਸੇਮ ਹੋਵੇ, ਹੈ ਨਾ। ਸੋ ਕਹਿੰਦੇ ਦਾ ਇਵੈਂਟ ਵਾਜ਼ ਫਸਟ ਹੈਲਡ ਇਨ 1979 ਐਂਡ ਇਜ਼ ਨਾਓ ਵਨ ਆਫ ਦਾ ਲਾਰਜੈਸਟ ਇਨ ਯੂਰਪ। ਇਟ ਇਜ਼ ਕਾਮਨ ਟੂ ਹੈਵ ਕਰਾਊਡਸ ਆਫ ਓਵਰ 1 lakh on each of the 4 days of the festival। ਇੱਥੇ ਤੱਕ ਕੋਈ ਇਨਫੋਰਮੇਸ਼ਨ ਨਹੀਂ ਮਿਲੀ। ਕਹਿੰਦੇ ਇਟ ਟੇਕ ਪਲੇਸ ਇਨ ਅ ਲਾਰਜ ਕੰਟਰੀ ਸਟੇਟ ਐਸ਼ਟਨ ਕੋਟ। ਮਾਸ ਲਾਂਚਿਸ ਆਰ ਮੇਡ ਟਵਾਈਸ ਅ ਡੇ। ਦੇਖੋ ਹੁਣ ਅੱਧੀ ਇਨਫੋਰਮੇਸ਼ਨ ਮਿਲ ਗਈ ਜੋ ਕੌਮੇ ਤੋਂ ਬਾਅਦ ਸੀਗਾ ਕੁਐਸਚਨ ਦੇ ਵਿੱਚ। ਕਹਿੰਦੇ ਮੋਰ ਦੈਨ 1 ਮਾਸ ਲਾਂਚ ਆਫ ਬੈਲੂਨਸ ਕੈਨ ਅਕਰ ਪਰ ਡੇ। ਤਾਂ ਹੁਣ ਇੱਥੇ ਤੁਹਾਨੂੰ ਕੀ ਦਿੱਤਾ ਹੋਇਆ, ਕਹਿੰਦੇ ਮਾਸ ਲਾਂਚਿਸ ਆਰ ਮੇਡ ਟਵਾਈਸ ਅ ਡੇ ਐਟ 6 AM 6 PM। ਕਦੋਂ, ਅਗਰ ਕਹਿੰਦੇ ਸਬਜੈਕਟ ਟੂ ਵੈਦਰ ਕੰਡੀਸ਼ਨ, ਜੇ ਵੈਦਰ ਕੰਡੀਸ਼ਨ ਨੂੰ ਅਸੈਪਟੇਬਲ ਉੱਧਰ ਲਿਖਤਾ ਸੀ ਤੁਹਾਨੂੰ ਸਬਜੈਕਟ ਟੂ, ਇੱਧਰ ਦਿੱਤਾ ਸੀ ਜੇ ਅਸੈਪਟੇਬਲ ਕੀਤੀਆਂ ਜਾਣਗੀਆਂ। ਸੋ ਆਨਸਰ ਕੀ ਹੋ ਗਿਆ ਆਪਣਾ ਟਰੂ। ਕਿਉਂ ਹੋਇਆ, ਉਹਨਾਂ ਨੇ ਕਹਿਤਾ ਮੋਰ ਦੈਨ 1 ਮਾਸ। 1 ਮਾਸ ਦੀ ਜਗ੍ਹਾ ਤੋਂ ਉਹਨਾਂ ਨੇ ਕਹਿਤਾ ਤੁਹਾਨੂੰ ਟਵਾਈਸ। ਸਬਜੈਕਟ ਟੂ ਉਹਨਾਂ ਨੇ ਦਿੱਤਾ ਕਿ ਅਸੈਪਟੇਬਲ। ਐਂਡ ਮੈਟਰੋਲੋਜੀਕਲ ਸਿਚੁਏਸ਼ਨਸ ਕਿਹੜੀਆਂ ਹੁੰਦੀਆਂ ਜੀ, ਵੈਦਰ ਕੰਡੀਸ਼ਨ। ਮੈਟਰੋਲੋਜੀਕਲ ਸਿਚੁਏਸ਼ਨ ਵਕੈਬ ਵਰਡ ਉਹਨਾਂ ਨੇ ਯੂਜ਼ ਕਰਤਾ, ਇਹਨਾਂ ਨੂੰ ਆਪਾਂ ਵੈਦਰ ਕੰਡੀਸ਼ਨ ਦੀ ਜਗ੍ਹਾ 'ਤੇ ਉਹਨਾਂ ਨੇ ਰਿਪਲੇਸ ਕਰਕੇ ਸਿਨੋਨਿਮ ਲਿੱਤਾ ਹੋਇਆ ਸੀ। ਸੋ ਇਹ 'ਚ ਕਨਫਿਊਜ਼ ਨਹੀਂ ਹੋਣਾ, ਸੇਮ ਮੀਨਿੰਗ ਹੈ, ਸੇਮ ਤੁਹਾਨੂੰ ਉਹਨਾਂ ਨੇ ਲਾਈਨ ਦਿੱਤੀ। ਸੋ ਆਨਸਰ ਇਜ਼ ਟਰੂ। ਥਰਡ ਕੁਐਸਚਨ ਹੈ, ਕਹਿੰਦੇ ਅ ਨਾਈਟ ਗਲੋ ਇਵੈਂਟ ਟੇਕਸ ਪਲੇਸ ਔਨ ਈਚ ਈਵਨਿੰਗ ਆਫ ਦਾ ਫੈਸਟੀਵਲ। ਕਹਿੰਦੇ ਜਿਹੜਾ ਨਾਈਟ ਗਲੋ ਇਵੈਂਟ ਹੈ ਉਹ ਹਮੇਸ਼ਾ ਹੀ ਈਚ ਈਵਨਿੰਗ ਮਤਲਬ ਕਿ ਟੇਕ ਪਲੇਸ ਔਨ ਈਚ, ਹਰੇਕ ਈਵਨਿੰਗ ਹੁੰਦਾ ਕਹਿੰਦੇ ਆਫ ਦਾ ਫੈਸਟੀਵਲ। ਉਹਨਾਂ ਨੇ ਕਹਿਤਾ ਕਹਿੰਦੇ ਈਚ ਈਵਨਿੰਗ। ਸੋ ਜੇ ਤਾਂ ਈਚ ਈਵਨਿੰਗ ਦੀ ਗੱਲ ਹੋਈ ਫਿਰ ਤਾਂ ਆਪਾਂ ਟਰੂ ਲਗਾ ਦਾਂਗੇ, ਅਦਰਵਾਈਜ਼ ਜੇ ਈਚ ਈਵਨਿੰਗ ਦੀ ਗੱਲ ਨਾ ਹੀ ਹੋਈ ਫਿਰ ਆਪਾਂ, ਜੇ ਗੱਲ ਹੀ ਨਾ ਹੋਈ ਤਾਂ ਨਾਟ ਗਿਵਨ, ਅਗਰ ਕੌਂਟਰਾਡਿਕਟ ਹੋਇਆ ਤਾਂ ਆਪਾਂ ਫਾਲਸ ਲਗਾਵਾਂਗੇ। ਇਸ ਤੋਂ ਬਾਅਦ ਮੈਂ ਤੁਹਾਨੂੰ ਕੁਝ ਵਕੈਬ ਵਰਡਸ ਵੀ ਕਰਾਉਂਗੀ ਜੋ ਰੀਡਿੰਗ ਦੇ ਵਿੱਚ ਯੂਜ਼ਫੁਲ ਨੇ। ਠੀਕ ਹੈ, ਸੋ ਪਹਿਲਾਂ ਕੁਐਸਚਨਸ ਕਰਦੇ ਹਾਂ। ਕਹਿੰਦੇ ਵਨ ਪਾਪੂਲਰ ਅਟਰੈਕਸ਼ਨ
is the night glow. Night glow ਦੀ ਗੱਲ ਹੋ ਗਈ when balloons are inflated and glow to music after dark. ਈਵਨਿੰਗ ਦੀ ਗੱਲ ਚਲੋ ਆਪਾਂ ਲਗਾ ਲੈਂਦੇ ਹਾਂ। ਕਹਿੰਦੇ these are held on the opening Thursday. ਇਹ ਕਦੋਂ ਹੈਲਡ ਹੁੰਦੇ ਨੇ? Opening Thursday night at approximately 9:30 p.m. followed by a spectacular fireworks display. There is another night glow at the same time followed by the fireworks on the Saturday night. So ਉੱਧਰ ਤੁਹਾਨੂੰ ਕਿਹਾ ਕਹਿੰਦੇ ਹਰੇਕ ਈਵਨਿੰਗ, ਹੁਣ ਹਰੇਕ ਈਵਨਿੰਗ ਤਾਂ ਹਫਤੇ 'ਚ 7 ਦਿਨ ਹੁੰਦੇ ਆ, ਤਾਂ ਹਰੇਕ ਈਵਨਿੰਗ ਮੰਡੇ ਟੂ ਲੈ ਕੇ ਠੀਕ ਹੈ ਆਪਾਂ ਕਹਿ ਦਈਏ ਸੰਡੇ ਤੱਕ ਸਾਰੇ ਦਿਨ ਹੀ ਠੀਕ ਹੈ 7 ਦੇ 7 ਡੇਜ਼ ਹੀ। ਬਟ ਹੁਣ ਇੱਥੇ ਉਹਨਾਂ ਨੇ ਤਾਂ 2 ਆਪਾਂ ਨੂੰ ਡੇਜ਼ ਸਪੈਸੀਫਿਕਲੀ ਦੱਸਦੇ ਵੀ ਸਿਰਫ ਇਸੇ ਦਿਨ ਇਹ ਜਿਹੜੇ ਉਹ ਹੁੰਦੇ ਨੇ ਨਾਈਟ ਗਲੋ ਠੀਕ ਹੈ, ਇਹ ਇਵੈਂਟ ਉਸੇ ਦਿਨ ਹੁੰਦਾ, 2 ਦਿਨ ਦੱਸਦੇ। ਸੋ ਦੈਟਸ ਵਾਈ ਕੌਂਟਰਾਡਿਕਟ ਕਰ ਗਿਆ ਕੁਐਸਚਨ ਆਪਣਾ। ਥਰਡ ਕੁਐਸਚਨ ਕੀ ਹੋ ਜਾਊਗਾ? ਫਾਲਸ। ਈਚ ਈਵਨਿੰਗ ਨਹੀਂ ਕਿਹਾ ਉਹਨਾਂ ਨੇ, 2 ਸਪੈਸੀਫਿਕਲੀ ਈਵਨਿੰਗਸ ਦੱਸਦੀਆਂ ਜਿਸ ਦਿਨ ਹੁੰਦਾ। ਸੋ ਦੈਟਸ ਵਾਈ ਇਹ ਕੁਛ ਹੋ ਉਹਨਾਂ ਨੇ ਕੀ ਕਹਿ ਤਾ ਈਵਨਿੰਗ, ਈਚ ਦੀ ਗੱਲ ਉਹਨਾਂ ਨੇ 2 ਕਹਿ ਤਾ, ਆਨਸਰ ਕੀ ਹੋ ਜਾਊਗਾ? ਆਪੋਜ਼ਿਟ ਹੋ ਗਿਆ ਤਾਂ ਫਾਲਸ। ਨੈਕਸਟ ਕੁਐਸਚਨ ਦੇਖਦੇ ਹਾਂ ਫੋਰਥ। ਕਹਿੰਦੇ one company is responsible for all the balloons at the festival. ਇੱਕ ਕੰਪਨੀ ਹੀ ਰਿਸਪੋਂਸੀਬਲ ਹੈ ਕਹਿੰਦੇ all the balloons at the festival। ਜੇ ਤਾਂ ਇੱਕ ਕੰਪਨੀ ਦੀ ਗੱਲ ਹੋਈ ਆਨਸਰ ਟਰੂ ਹੋ ਜਾਊਗਾ, ਜੇ ਇੱਕ ਤੋਂ ਜ਼ਿਆਦਾ ਦੀ ਗੱਲ ਹੋ ਗਈ ਆਨਸਰ ਫਾਲਸ ਹੋ ਜਾਊਗਾ। ਜੇ ਉਹਨਾਂ ਨੇ ਕੁਝ ਰਿਸਪੋਂਸਿਬਿਲਿਟੀ ਜਾਂ ਬੈਲੂਨਸ ਦੀ ਗੱਲ ਹੀ ਨਾ ਕੀਤੀ ਤਾਂ ਨਾਟ ਗਿਵਨ ਹੋ ਜਾਊਗਾ। ਸੋ ਹੁਣ ਆਪਾਂ ਦੇਖਦੇ ਹਾਂ ਪੈਰਾਗ੍ਰਾਫ। ਕਹਿੰਦੇ the balloon makers Cameron balloons are near to the Fiesta site in Bedminster and make many of the special shaped balloons which have included Rupert the Weir and the Scottish Piper, Bertie Bassett, the Tesco Trolley, Stott the Minion and the BBC One balloon. Many interestingly shaped balloons have also attended the Fiesta from abroad. ਹੁਣ ਉਹਨਾਂ ਨੇ ਕੀ ਕਹਿਤਾ? ਪਹਿਲਾਂ ਤਾਂ ਉਹਨਾਂ ਨੇ ਕੁਛ ਅੱਗੇ ਨੇਮ ਦਿੱਤੇ, ਉਸ ਤੋਂ ਬਾਅਦ ਉਹਨਾਂ ਨੇ ਕਹਿਤਾ ਕਿ ਬਹੁਤ ਸਾਰੇ ਜੋ ਸ਼ੇਪ ਦੇ ਬੈਲੂਨ ਹੁੰਦੇ ਆ ਕਿੱਥੋਂ, ਕਹਿੰਦੇ ਅਟੈਂਡਡ ਦਾ ਫੀਸਟਾ ਫਰੋਮ ਅਬਰੋਡ। ਇੱਕ ਕੰਪਨੀ ਦੀ ਤਾਂ ਗੱਲ ਹੀ ਨਹੀਂ ਹੋਈ, ਉਹਨਾਂ ਨੇ ਤਾਂ 1 ਕੰਪਨੀ ਕਹਿਤਾ, ਬਟ ਉਹਨਾਂ ਨੇ ਤੁਹਾਨੂੰ ਅਬਰੋਡ ਵੀ ਮੈਂਸ਼ਨ ਕਰਤਾ। ਓਵਰ ਦਾ ਈਅਰਸ ਅ UFO ਐਂਡ ਅ ਬੀਵਰ ਹੈਵ ਟਰੈਵਲਡ ਫਰੋਮ ਦਾ USA, ਅ ਕੀਵੀ ਬਰਡ ਫਰੋਮ ਨਿਊਜ਼ੀਲੈਂਡ ਐਂਡ ਐਨ ਅਪਸਾਈਡ ਡਾਊਨ ਬੈਲੂਨ ਫਰੋਮ ਦਾ ਨੀਦਰਲੈਂਡ। ਇੱਕ ਕੰਪਨੀ ਦੀ ਗੱਲ ਨਹੀਂ ਹੋਈ ਉਹਨਾਂ ਨੇ ਕਿਹਾ। ਨਾਲੇ ਉਹਨਾਂ ਨੇ ਮੇਨ ਗੱਲ ਕੀ ਕੀਤੀ ਕੁਐਸਚਨ ਦੇ ਵਿੱਚ? ਕਹਿੰਦੇ ਆਲ ਦਾ ਬੈਲੂਨਸ ਇੱਕ ਕੰਪਨੀ ਤੋਂ ਹੀ ਕੀਤੇ ਜਾਂਦੇ ਆ। ਉਹਨਾਂ ਨੇ ਕਹਿਤਾ ਕਹਿੰਦੇ 1 ਕੰਪਨੀ ਇਜ਼ ਰਿਸਪੋਂਸੀਬਲ ਫॉर ਆਲ ਦਾ ਬੈਲੂਨਸ ਐਟ ਦਾ ਫੈਸਟੀਵਲ। ਆਲ ਦਾ ਬੈਲੂਨਸ ਇੱਕ ਕੰਪਨੀ ਤੋਂ ਨਹੀਂ ਲਏ ਜਾਂਦੇ। ਉਹਨਾਂ ਨੇ ਦੱਸਤਾ ਕਿ ਮੈਨੀ ਬੈਲੂਨਸ ਹੈ ਜਿਹੜੇ ਉਹ ਕਿੱਥੋਂ ਮੰਗਾਏ ਜਾਂਦੇ ਆ, ਤੁਹਾਨੂੰ ਕੰਟਰੀ ਸਪੈਸੀਫਿਕਲੀ ਦੱਸਦੀ ਕਿ ਅਬਰੋਡ ਤੋਂ ਮੰਗਾਏ ਜਾਂਦੇ ਆ। ਸੋ 1 ਕੰਪਨੀ ਤਾਂ ਹੁੰਦੀ ਜੇ ਇੱਕ ਤੋਂ ਹੀ ਆਲ ਕਹਿ ਦਿੰਦੇ। ਹੁਣ ਉਹਨਾਂ ਨੇ ਆਲ ਨਹੀਂ ਕਿਹਾ, ਉਹਨਾਂ ਨੇ ਕਿਹਾ ਵੀ ਮੈਨੀ, ਵੀ ਉਹਨਾਂ 'ਚੋਂ ਕੁਛ ਜਿਹੜੇ ਕੀ ਹੈ ਅਬਰੋਡ ਤੋਂ ਉਹ ਕੀਤੇ ਜਾਂਦੇ ਆ। ਸੋ ਦੈਟਸ ਵਾਈ ਆਨਸਰ ਕੀ ਹੋ ਗਿਆ ਤੁਹਾਡਾ? ਫਾਲਸ। ਮੈਨੀ ਔਰ ਆਲ ਦੇ ਵਿੱਚ ਬਹੁਤ ਜ਼ਿਆਦਾ ਡਿਫਰੈਂਸ ਹੈ, ਠੀਕ ਹੈ। ਨੈਕਸਟ ਹੁਣ 5th ਕੁਐਸਚਨ ਹੈ। 5th ਕੁਐਸਚਨ ਕੀ ਹੈ? ਕਹਿੰਦੇ ਦਾ ਫੈਸਟੀਵਲ ਬੈਨੀਫਿਟਸ ਫਰੋਮ ਬੀਇੰਗ ਮੂਵ ਟੂ ਐਨ ਅਰਲੀਅਰ ਟਾਈਮ ਇਨ ਦਾ ਈਅਰ। ਹੁਣ ਬੈਨੀਫਿਟਸ ਦੀ ਗੱਲ ਕੀਤੀ ਆ ਉਹਨਾਂ ਨੇ, ਠੀਕ ਹੈ। ਅਰਲੀਅਰ ਟਾਈਮ ਇਨ ਦਾ ਈਅਰ ਪਾਸਟ ਤੋਂ ਹੀ ਸਟਾਰਟ ਹੋ ਰਿਹਾ, ਅਰਲੀਅਰ ਟਾਈਮ ਤਾਂ ਹੋ ਗਿਆ। ਹੁਣ ਇਹ ਕੁਐਸਚਨ ਤੁਹਾਡਾ ਹੋਮਵਰਕ ਹੈ, ਤੁਸੀਂ ਇਹ ਕੁਐਸਚਨ ਮੈਨੂੰ ਕਰਕੇ ਕਮੈਂਟ ਬਾਕਸ ਵਿੱਚ ਦੱਸਣਾ ਹੈ ਕਿ ਤੁਸੀਂ ਇਸ ਦੀ ਆਪਸ਼ਨ ਕੀ ਲਗਾਓਗੇ, ਟਰੂ, ਫਾਲਸ ਜਾਂ ਫਿਰ ਨਾਟ ਗਿਵਨ। ਬਹੁਤ ਸਿੰਪਲ ਕੁਐਸਚਨ ਹੈ, ਤੁਸੀਂ ਟਰਾਈ ਕਰਿਓ, ਠੀਕ ਹੈ ਜੀ। ਮੈਂ ਕੋਸ਼ਿਸ਼ ਜ਼ਰੂਰ ਕਰੂੰਗੀ ਨੈਕਸਟ ਆਪਾਂ ਫਿਰ ਇਸੇ 'ਤੇ ਸੇਮ ਵੀਡੀਓ ਬਣਾਈਏ ਤਾਂ ਕਿ ਤੁਹਾਡੇ ਡਾਊਟਸ ਹਨ ਜਿਹੜੇ ਕਲੀਅਰ ਹੋ ਸਕਣ, ਠੀਕ ਹੈ। ਹੁਣ ਇਸ ਤੋਂ ਬਾਅਦ ਕੁਝ ਵੋਕੈਬ ਵਰਡਸ ਨੇ ਜੋ ਕਿ ਰੀਡਿੰਗ 'ਚ ਬਹੁਤ ਜ਼ਿਆਦਾ ਰਿਪੀਟ ਹੁੰਦੇ ਨੇ। ਫਸਟ ਵਰਡ ਹੈ ਜੀ ਡਿਸਟਰਕਸ਼ਨ। ਤੁਹਾਨੂੰ ਕਈ ਵਾਰ ਕੁਐਸਚਨ ਦੇ ਵਿੱਚ ਡਿਸਟਰਕਸ਼ਨ ਮਿਲ ਜੂਗਾ ਲਿਖਿਆ ਹੋਇਆ, ਔਰ ਤੁਹਾਨੂੰ ਦੂਜੀ ਸਾਈਡ 'ਤੇ ਡੈਮੇਜ ਜਾਂ ਫਿਰ ਰਿਊਨ, ਇਹਦਾ ਮਤਲਬ ਵੀ ਡਿਸਟਰੋਏ ਜਾਂ ਡੈਮੇਜ ਹੋਣਾ ਹੀ ਹੁੰਦਾ। ਜਾਂ ਕੁਐਸਚਨ ਦੇ ਵਿੱਚ ਤੁਹਾਨੂੰ ਡੈਮੇਜ ਲਿਖਿਆ ਮਿਲ ਜੂਗਾ ਅਤੇ ਦੂਸਰੀ ਸਾਈਡ ਤੁਹਾਨੂੰ ਡਿਸਟਰਕਸ਼ਨ ਲਿਖਿਆ ਹੋਇਆ ਮਿਲ ਜੂਗਾ। ਸੈਕਿੰਡ ਵਰਡ ਹੈ ਜੀ ਕ੍ਰੀਏਟੀਵਿਟੀ। ਕ੍ਰੀਏਟੀਵਿਟੀ ਦੀ ਜਗ੍ਹਾ ਤੁਹਾਨੂੰ ਇਮੈਜੀਨੇਸ਼ਨ ਲਿਖਿਆ ਹੋਇਆ ਮਿਲ ਸਕਦਾ ਹੈ, ਜਾਂ ਇਮੈਜੀਨੇਸ਼ਨ ਦੀ ਜਗ੍ਹਾ ਤੁਹਾਨੂੰ ਕ੍ਰੀਏਟੀਵਿਟੀ ਲਿਖਿਆ ਹੋਇਆ ਮਿਲ ਸਕਦਾ ਹੈ। ਥਰਡ ਵਰਡ ਹੈ ਡਿਕਰੀਜ਼। ਡਿਕਰੀਜ਼ ਦੀ ਜਗ੍ਹਾ ਡਿਪਲੀਸ਼ਨ ਜਾਂ ਡਿਪਲੀਸ਼ਨ ਦੀ ਜਗ੍ਹਾ ਡਿਕਰੀਜ਼ ਵਰਡ ਹੋ ਸਕਦਾ ਹੈ। ਅਸਿਸਟ, ਹੈਲਪ ਬਹੁਤ ਕਾਮਨ ਵਰਡ ਹੈ, ਬਹੁਤ ਵਾਰ ਯੂਜ਼ ਹੁੰਦਾ ਰੀਡਿੰਗ ਦੇ ਵਿੱਚ। ਨੈਕਸਟ ਹੈ ਜੀ ਡਿਵੈਲਪਮੈਂਟ।
ਡਿਵੈਲਪਮੈਂਟ ਦੀ ਜਗ੍ਹਾ ਤੁਹਾਨੂੰ ਗਰੋਥ ਜਾਂ ਗਰੋਥ ਦੀ ਜਗ੍ਹਾ ਡਿਵੈਲਪਮੈਂਟ ਪੈਸੇਜ ਦੇ ਵਿੱਚ ਆ ਸਕਦਾ ਹੈ। ਸੋ ਇਹ 5 ਵਰਡਸ ਬਹੁਤ ਜ਼ਿਆਦਾ ਰਿਪੀਟਡ ਵਰਡਸ ਨੇ, ਸੋ ਇਹਨਾਂ ਨੂੰ ਜ਼ਰੂਰ ਤੁਸੀਂ ਰੀਡ ਕਰ ਲਿਓ। ਠੀਕ ਹੈ ਫਰੈਂਡਸ, ਇਹ ਸੀ ਮੇਰੀ ਅੱਜ ਰੀਡਿੰਗ ਦੀ ਕਲਾਸ ਜਿਸ ਦੇ ਵਿੱਚ ਮੈਂ ਤੁਹਾਨੂੰ ਟਰੂ ਫਾਲਸ ਕੁਐਸਚਨਸ ਕਰਵਾਏ ਆ। ਮੈਨੂੰ ਆਸ ਹੈ ਕਿ ਤੁਹਾਨੂੰ ਸਮਝ ਆਏ ਹੋਣਗੇ। ਜੇ ਫਿਰ ਵੀ ਤੁਹਾਨੂੰ ਕੋਈ ਡਾਊਟ ਹੋਇਆ ਤਾਂ ਤੁਸੀਂ ਮੈਨੂੰ ਕਮੈਂਟ ਕਰਕੇ ਪੁੱਛ ਸਕਦੇ ਹੋ। ਤੇ ਇੱਕ ਕੁਐਸਚਨ ਮੈਂ ਤੁਹਾਨੂੰ ਹੋਮਵਰਕ 'ਚ ਦਿੱਤਾ ਹੈ, ਉਹ ਤੁਸੀਂ ਮੈਨੂੰ ਕਮੈਂਟ 'ਚ ਜ਼ਰੂਰ ਦੱਸਣਾ ਕਿ ਤੁਸੀਂ ਇਸ ਦਾ ਆਨਸਰ ਕੀ ਲਗਾਓਗੇ। ਠੀਕ ਹੈ ਫਰੈਂਡ, ਜੇ ਤੁਹਾਨੂੰ ਮੇਰੀ ਅੱਜ ਦੀ ਕਲਾਸ ਵਧੀਆ ਲੱਗੀ ਲਾਈਕ ਤੇ ਕਮੈਂਟ ਕਰਕੇ ਜ਼ਰੂਰ ਦੱਸਿਓ। ਓਕੇ ਫਰੈਂਡਸ, ਮਿਲਦੇ ਹਾਂ ਨਵੀਂ ਵੀਡੀਓ ਦੇ ਨਾਲ। ਬਾਏ ਬਾਏ, ਟੇਕ ਕੇਅਰ।